ਭਗਤ ਰਵਿਦਾਸ ਜੀ ਦੀ ਗੱਲ ਕਰਨ ਤੋਂ ਪਹਿਲੇ ਅਸੀਂ ਦੱਸਦੇ ਹਾਂ ਉਹਨਾਂ ਦੇ ਜੀਵਨ ਬਾਰੇ। ਜਿਸ ਸਮੇਂ ਆਪ ਜੀ ਦੇ ਸੰਸਾਰ ਵਿੱਚ ਆਗਮਨ ਕੀਤਾ, ਮਨੁੱਖਤਾ ਦੀ ਦਸ਼ਾ ਬਹੁਤ ਨਿਕਲੀ ਹੋਈ ਸੀ। ਬ੍ਰਾਹਮਣਾਂ ਨੇ ਆਪਣੀ ਸਰਬੋਤਮਤਾ ਸੁਪਰਮੈਸੀ ਦਾ ਜੂਲਾ ਸਾਰੀ ਮਨੁੱਖਤਾ ਉੱਤੇ ਪਾਇਆ ਹੋਇਆ ਸੀ। ਬ੍ਰਾਹਮਣ ਤੋਂ ਬਿਨਾਂ ਛੂਤ ਜਾਤਾਂ ਨੂੰ ਨਾ ਧਰਮ ਗ੍ਰੰਥ ਪੜ੍ਹਨ ਦਿੱਤਾ ਜਾਂਦਾ ਸੀ ਤੇ ਨਾ ਹੀ ਉਹਨਾਂ ਦੇ ਅਨੁਸਾਰ ਚੱਲਣ ਦਾ ਅਧਿਕਾਰ ਸੀ। ਕੋਈ ਅਛੂਤ ਕਿਸੇ ਵੀ ਦੇਵੀ ਦੇਵਤੇ ਦੇ ਮੰਦਰ ਵਿੱਚ ਜਾ ਕੇ ਪੂਜਾ ਪਾਠ ਨਹੀਂ ਕਰ ਸਕਦਾ ਸੀ। ਜੇ ਕੋਈ ਦਲੇਰੀ ਕਰਕੇ ਅਜਿਹਾ ਕਰਨ ਦਾ ਯਤਨ ਵੀ ਕਰਦਾ, ਉਸ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਅਛੂਤਾਂ ਦੀਆਂ ਝੁੱਗੀਆਂ ਸ਼ਹਿਰ ਤੋਂ ਬਾਹਰ ਲਹਿੰਦੇ ਪਾਸੇ ਪਵਾਈਆਂ ਜਾਂਦੀਆਂ ਸਨ। ਕਿਸੇ ਖੂਹ ਤੋਂ ਅਛੂਤ ਪਾਣੀ ਨਹੀਂ ਪੀ ਸਕਦਾ ਸੀ। ਜੇ ਕਿਸੇ ਜ਼ਰੂਰੀ ਕੰਮ ਵਾਸਤੇ ਉਸਨੇ ਸ਼ਹਿਰ ਵਿੱਚ ਵੜਨਾ ਹੋਵੇ ਤਾਂ ਸ਼ਹਿਰ ਵਿੱਚ ਵੀ ਲੰਘਣਾ ਹੋਵੇ ਤਾਂ ਉਸ ਨੂੰ ਹੁਕਮ ਸੀ ਕਿ ਉਹ ਆਪਣੇ ਗਲ ਵਿੱਚ ਟੱਲ ਪਾ ਕੇ ਲੰਘੇ, ਤਾਂ ਜੋ ਟੱਲ ਦੀ ਆਵਾਜ਼ ਸੁਣ ਕੇ ਬ੍ਰਾਹਮਣ ਉਸਦੇ ਮੱਥੇ ਨਾ ਲੱਗਣ, ਉਸ ਦੇ ਪਰਛਾਵੇਂ ਤੋਂ ਭ੍ਰਿਸ਼ਟ ਨਾ ਹੋ ਸਕਣ। ਅਛੂਤ ਨੂੰ ਆਪਣੀ ਪੈੜੀ ਮਿਟਾਉਣ ਵਾਸਤੇ, ਜਿਸ ਵਕਤ ਅਛੂਤ ਕੋ ਤੁਰਿਆ ਜਾਂਦਾ ਸੀ ਤਾਂ ਉਸਦੇ ਪੈੜਾਂ ਮਿਟਾਉਣ ਵਾਸਤੇ ਉਹਦੇ ਪਿੱਛੇ ਦਰਖਤ ਦਾ ਛਾਪਾ ਬੰਨ੍ਹ ਦਿੰਦੇ ਸੀ। ਅਛੂਤ ਦੀ ਪੈੜ ਨਾਲ ਨਾਲ ਮਿਟਦੀ ਜਾਂਦੀ ਸੀ ਤਾਂ ਜੋ ਬ੍ਰਾਹਮਣ ਉੱਤੇ ਪੈਰ ਨਾ ਰੱਖ ਸਕੇ ਤੇ ਭ੍ਰਿਸ਼ਟ ਨਾ ਹੋ ਸਕੇ। ਇੰਨਾ ਉਸ ਨਫ਼ਰਤ ਭਰੇ ਤੇ ਉਸ ਵਕਤ ਭਗਤ ਰਵਿਦਾਸ ਜੀ ਦਾ ਜਨਮ ਹੁੰਦਾ। 1377 ਈਸਵੀ ਸ਼ੀਰ ਗੋਵਰਧਨਪੁਰ ਉੱਤਰ ਪ੍ਰਦੇਸ਼ ਦੇ ਬਨਾਰਸ ਸ਼ਹਿਰ ਵਿੱਚ ਪਿਤਾ ਸ਼੍ਰੀ ਸੰਤੋਖ ਦਾਸ ਜੀ, ਮਾਤਾ ਕਲਸੀ ਦੇਵੀ ਜੀ ਦੇ ਕੁੱਖੋਂ ਹੋਇਆ ਸੀ। ਆਪ ਜੀ ਦੇ ਪਿਤਾ ਜੀ ਚਮੜੇ ਦਾ ਕੰਮ ਕਰਦੇ ਸਨ ਅਤੇ ਧਾਰਮਿਕ ਬਿਰਤੀ ਦੇ ਮਾਲਕ ਸਨ। ਕੁਝ ਧਾਰਮਿਕ ਰੁਚੀਆਂ ਆਪ ਜੀ ਦੇ ਪਿਤਾ ਜੀ ਤੋਂ ਮਿਲੀਆਂ। ਵਿਸ਼ੇਸ਼ ਸਾਰਾ ਕੁਝ ਧੁਰੋਂ ਪ੍ਰਭੂ ਜੀ ਪਾਸੋਂ ਹੀ ਲੈ ਕੇ ਆਏ ਸਨ। ਗੱਲ ਕਰਦੇ ਹਾਂ ਅਸੀਂ ਜੇ ਭਾਈ ਗੁਰਦਾਸ ਜੀ ਨੇ ਭਗਤ ਰਵਿਦਾਸ ਜੀ ਦੇ ਲਈ ਵੀ ਲਿਖਿਆ ਹੋਇਆ, ਭਗਤ ਭਗਤ ਜਗ ਵਸਿਆ, ਚੌਂ ਚੱਕਾ ਦੇ ਵਿੱਚ ਮਰੇਟਾ, ਪਾਣਾ ਗੰਢੈ ਰਾਹ ਵਿੱਚ ਕੁੱਲਾ, ਧਰਮ ਢੋਏ ਢੋਰ ਸਮੇਟਾ। ਭਗਤ ਰਵਿਦਾਸ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਹੱਲਾ ਚੌਥਾ ਪੰਨਾ 733 ਦੇ ਵਿੱਚ ਲਿਖਿਆ ਹੈ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ, ਪਤਿਤ ਜਾਤ ਉਤਮ ਭਇਆ, ਚਾਰ ਵਰਣ ਭਏ ਪਗ ਆਏ। ਜੋ ਭਗਤ ਰਵਿਦਾਸ ਜੀ ਦੀ ਬਾਣੀ ਉਹ ਅੰਕਿਤ ਕੀਤੀ ਹੋਈ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ। ਉਸ ਵਕਤ ਅਗਿਆਨਤਾ ਦਾ ਇੰਨਾ ਹਨੇਰਾ ਸੀ, ਬਹੁਤ ਜ਼ਿਆਦਾ ਅਛੂਤਾਂ ਨੂੰ ਮਤਲਬ ਪਾਬੰਦੀਆਂ ਲਾਈਆਂ ਹੋਈਆਂ ਸਨ। ਪੂਰੇ ਬੇਗਮਪੁਰੇ ਦੇ ਵਿੱਚ ਹੁਣ ਪਾਬੰਦੀਆਂ ਇੰਨੀਆਂ ਲੱਗੀਆਂ ਸੀ ਤੇ ਜਗਿਆਸੂ ਜਦੋਂ ਚਾਹੁਣ ਆਪਣੇ ਪਿਆਰੇ ਦਾ ਵਸਲ ਪ੍ਰਾਪਤ ਕਰ ਸਕਦੇ ਹਨ। ਉੱਥੇ ਕੋਈ ਡਰ ਧੌਖਲਾ ਚਿੰਤਾ ਝੋਰਾ ਨਹੀਂ ਵਿਆਪਦਾ। ਦੁੱਖ ਤਕਲੀਫ ਇਹ ਸਾਰਾ ਟੈਕਸ ਭਰਨਾ ਪੈਂਦਾ ਸੀ। ਉਸ ਵੇਲੇ ਈਰਖਾ ਦੁੱਖ ਦਾ ਸ਼ਿਕਾਰ ਬਣਨਾ ਪੈਂਦਾ ਸੀ। ਇਸ ਸੰਸਾਰ ਤੇ ਉਹਨਾਂ ਦੇ ਉੱਪਰ ਇੰਨੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸੀ ਕਿ ਗੌੜੀ ਰਵਿਦਾਸ ਜੀ ਦੀ ਜਿੱਥੇ ਲਿਖਦੇ ਉਹ ਦੇਖੋ, ਸੁਣੋ ਜਰਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੂਖ ਅੰਦੋਹ ਨੇ ਤਿਹ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, खौफ न खता न तरस जवाल, अब मोहे खूब वतन गह पाई, ऊहा खैर सदा मेरे भाई रहाओ, कायम दायम सदा पातशाही, दोम के सेम एक सो आही। मतलब ये जिथे आप जी ने बेगमपुर के वासी सन, उत्थे प्रभु नाल आप जी की किन्नी एक मिकता ते नेड़े की सांझ सी। गुरु ग्रंथ साहब जी की आप प्रमाण करते हैं, हे मालिक प्रभु, तेरे विच ते मेरे विच कोई फर्क नहीं, केवल वेखण मात्र ही है। जिवें सोने ते सोने के गहणियां विच, पानी अते लहरां विच कोई फर्क नहीं हुंदा, ते तेरे मेरे विच कोई अंतर नहीं। आप जी दा प्रभु नाल इन्ना प्यार सी। आप फरमाउंदे हन कि हे अनंत प्रभु, जे असीं पाप ना करदे तां तुहाडा नाम किवें पतित पावन हुंदा, भाव नहीं होना सी। हे मालिक, तुसी मालिक हो, पर एक गल यकीनन है कि मालिक तो दास की वड्याई हुंदी है और अते दास तो ही मालिक की वड्याई प्रगट हुंदी है। आखिर विच मंग कीती है, हे मालिक मेरे ते मेहर कर, मैं हमेशा तेरी ही आराधना करता रहा।
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਸਮੇਂ ਪ੍ਰਭੂ ਜੀ ਨੇ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਆਪ ਜੀ ਦੀ ਕੁਟੀਆ ਵਿੱਚ ਰਾਤ ਕੱਟੀ। ਜਾਣ ਤੋਂ ਆਪਣੇ ਪਾਸੋਂ ਪਾਰਸ ਪੱਥਰ ਕੱਢ ਕੇ ਰਵਿਦਾਸ ਜੀ ਨੂੰ ਦੇਣਾ ਚਾਹਿਆ ਅਤੇ ਨਾਲ ਹੀ ਪਾਰਸ ਦੇ ਗੁਣਾਂ ਦਰਸਾ ਕੇ ਆਪ ਜੀ ਦੀ ਜੁੱਤੀਆਂ ਕੱਢਣ ਵਾਲੀ ਰੰਬੀ ਨੂੰ ਛੁਆ ਕੇ ਸੋਨਾ ਬਣਾ ਵਿਖਾਇਆ। ਭਗਤ ਜੀ ਨੇ ਪਾਰਸ ਨੂੰ ਛੰਨ ਦੇ ਆਲੇ ਵਿੱਚ ਰਖਵਾ ਦਿੱਤਾ ਅਤੇ ਆਪਣੀ ਕਿਰਤ ਕਰਨ ਅਤੇ ਨਾਮ ਜਪਣ ਵਿੱਚ ਰੁੱਝ ਗਏ। ਕਾਫੀ ਸਮੇਂ ਤੋਂ ਬਾਅਦ ਮੁੜ ਰਵਿਦਾਸ ਜੀ ਝੌਂਪੜੀ ਵਿੱਚ ਆਏ। ਪਾਰਸ ਪ੍ਰਤੀ ਪੁੱਛਣ ਤੇ ਆਪ ਜੀ ਨੇ ਉੱਤਰ ਦਿੱਤਾ, ਮਹਾਤਮਾ ਜੀ, ਜਿੱਥੇ ਤੁਸੀਂ ਰੱਖ ਕੇ ਗਏ ਸੀ ਉੱਥੇ ਆਪਣਾ ਪਾਰਸ ਚੁੱਕ ਲਵੋ। ਮੈਂ ਉਸ ਨੂੰ ਨਹੀਂ ਵਰਤਿਆ ਅਤੇ ਨਾ ਹੀ ਮੈਨੂੰ ਜ਼ਰੂਰਤ ਹੈ। ਇਹੋ ਜਿਹੀ ਅਤੀਤ ਬਿਰਤੀ ਦੇ ਮਾਲਕ ਸਨ ਭਗਤ ਰਵਿਦਾਸ ਜੀ। ਇੱਕ ਸਮੇਂ ਅਭੀਜ ਨਛੱਤਰ ਦਾ ਪੁਰਬ ਚੱਲ ਰਿਹਾ ਸੀ ਕਿ ਲੱਖਾਂ ਲੋਕਾਂ ਨੇ ਦਰਿਆ ਗੰਗਾ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਹੋਇਆ ਮੰਨ ਲਿਆ। ਕਈ ਸੰਗੀਆਂ ਨੇ ਵੀ ਆਪ ਜੀ ਨੂੰ ਅਭੀਜ ਦੇ ਪੁਰਬ ਸਮੇਂ ਗੰਗਾ ਇਸ਼ਨਾਨ ਕਰਨ ਲਈ ਪ੍ਰੇਰਿਆ। ਆਪ ਜੀ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਆਤਮਾ ਪਵਿੱਤਰ ਨਾਮ ਜਪਣ ਨਾਲ ਹੁੰਦੀ ਹੈ, ਨਾ ਕਿ ਪਾਣੀ ਨਾਲ। ਸੰਘ ਦੇ ਮੁਖੀ ਨੂੰ ਜੋ ਗੰਗਾ ਇਸ਼ਨਾਨ ਲਈ ਜਾ ਰਿਹਾ ਸੀ, ਆਪ ਜੀ ਨੇ ਕਸੀਰਾ ਗਲੇ ਵਿੱਚੋਂ ਕੱਢ ਕੇ ਗੰਗਾ ਜੀ ਦੀ ਭੇਟਾ ਵਾਸਤੇ ਦਿੱਤਾ ਅਤੇ ਨਾਲ ਹੀ ਉਹਨਾਂ ਨੂੰ ਹਦਾਇਤ ਕੀਤੀ ਕਿ ਮੇਰਾ ਕਸੀਰਾ ਗੰਗਾ ਨੂੰ ਹੱਥ ਵਿੱਚ ਫੜਾਉਣਾ ਹੈ, ਉਂਝ ਹੀ ਪਾਣੀ ਵਿੱਚ ਨਹੀਂ ਸੁੱਟਣਾ। ਜੇ ਗੰਗਾ ਹੱਥ ਕੱਢ ਕੇ ਕਸੀਰਾ ਨਾ ਲਵੇ ਤਾਂ ਮੈਨੂੰ ਵਾਪਸ ਲਿਆ ਕੇ ਦੇ ਦੇਣਾ। ਸਾਰੇ ਯਾਤਰੀ ਭਗਤ ਜੀ ਦੀ ਅਨੋਖੀ ਗੱਲ ਸੁਣ ਕੇ ਬੜੇ ਹੈਰਾਨ ਸਨ। ਸਾਰੇ ਸੰਘ ਨੇ ਗੰਗਾ ਪੁੱਜ ਕੇ ਇਸ਼ਨਾਨ ਕੀਤਾ ਤੇ ਗੰਗਾ ਵਿੱਚ ਭਟਾਵਾਂ ਸੁੱਟੀਆਂ। ਅਖੀਰ ਵਿੱਚ ਸੰਘ ਦੇ ਮੁਖੀ ਬ੍ਰਾਹਮਣ ਨੇ ਰਵਿਦਾਸ ਜੀ ਦਾ ਕਸੀਰਾ ਗੰਗਾ ਨੂੰ ਭੇਟਾ ਕਰਨ ਵਾਸਤੇ ਕੱਢਿਆ ਅਤੇ ਗੰਗਾ ਨੂੰ ਬੇਨਤੀ ਕੀਤੀ ਕਿ ਭਗਤ ਰਵਿਦਾਸ ਜੀ ਨੇ ਕਸੀਰੇ ਦੀ ਭੇਟਾ ਤੁਹਾਡੇ ਵਾਸਤੇ ਭੇਜੀ ਹੈ, ਆਪ ਹੱਥ ਕੱਢ ਕੇ ਭਗਤ ਜੀ ਦੀ ਭੇਟਾ ਪ੍ਰਵਾਨ ਕਰੋ। ਬੇਨਤੀ ਕਰਨ ਉਪਰੰਤ ਗੰਗਾ ਦੀਆਂ ਲਹਿਰਾਂ ਵਿੱਚੋਂ ਇੱਕ ਗੈਬੀ ਹੱਥ ਬਾਹਰ ਨਿਕਲਿਆ। ਉਸ ਗੈਬੀ ਹੱਥ ਨੇ ਭਗਤ ਜੀ ਦੀ ਭੇਟਾ ਬੜੇ ਅਦਬ ਨਾਲ ਪ੍ਰਵਾਨ ਕੀਤੀ ਅਤੇ ਨਾਲ ਹੀ ਇੱਕ ਸੋਨੇ ਦਾ ਹੀਰੇ ਜੜਤ ਕੰਗਣ ਗੰਗਾ ਨੇ ਰਵਿਦਾਸ ਜੀ ਨੂੰ ਭੇਟ ਕਰਨ ਵਾਸਤੇ ਦਿੱਤਾ। ਇਹ ਅਜੀਬ ਕੌਤਕ ਵੇਖ ਕੇ ਸਾਰੇ ਬੜੇ ਹੈਰਾਨ ਸਨ। ਬੜੇ ਬੜੇ ਦਾਨੀ ਗੰਗਾ ਨੂੰ ਮੋਹਰਾਂ, ਸੋਨਾ, ਅਨੇਕਾਂ ਕੀਮਤੀ ਭਟਾਵਾਂ ਅਰਪਣ ਕਰਦੇ ਸਨ, ਪਰ ਕਿਸੇ ਦੀ ਭੇਟਾ ਗੰਗਾ ਨੇ ਹੱਥ ਕੱਢ ਕੇ ਪ੍ਰਵਾਨ ਨਹੀਂ ਕੀਤੀ। ਭਗਤ ਰਵਿਦਾਸ ਜੀ ਦਾ ਕਸੀਰਾ ਖੁਦ ਗੰਗਾ ਜੀ ਨੇ ਹੱਥ ਕੱਢ ਕੇ ਲਿਆ ਅਤੇ ਪ੍ਰਵਾਨਿਆ। ਮਾਇਆਧਾਰੀ ਲੋਕ ਪਿਆਰ ਤੋਂ ਸਖਣੇ ਹੋਣ ਖਾਤਰ ਪਿਆਰ ਨੂੰ ਵੀ ਮਾਇਆ ਦੇ ਪੈਮਾਨੇ ਨਾਲ ਨਾਪਦੇ ਹਨ, ਜਿਸ ਕਾਰਨ ਭਗਤਾਂ ਅਤੇ ਸੰਸਾਰੀਆਂ ਦਾ ਹਮੇਸ਼ਾ ਅਜੋੜ ਰਿਹਾ। ਪੰਡਿਤ ਕੰਗਣ ਲੈ ਕੇ ਵਾਪਸ ਘਰ ਪੁੱਜਾ, ਪਰ ਬੇਈਮਾਨ ਹੋ ਗਿਆ। ਮਨ ਵਿੱਚ ਲੋਭ ਆਇਆ ਕਿ ਭਗਤ ਜੀ ਨੂੰ ਤੇ ਪਤਾ ਨਹੀਂ, ਜੇ ਮੈਂ ਸੁੰਦਰ ਹੀਰੇ ਜਗਤ ਕੰਗਣ ਰਾਜੇ ਨੂੰ ਭੇਟ ਕਰ ਦੇਵਾਂ ਤਾਂ ਰਾਜਾ ਕੰਗਣ ਦੀ ਸੁੰਦਰਤਾ ਵੇਖ ਕੇ ਮੈਨੂੰ ਬਹੁਤ ਸਾਰੀ ਮਾਇਆ ਦੇ ਦੇਵੇਗਾ। ਕੰਗਣ ਰਾਜੇ ਦੀ ਭੇਟਾ ਕਰਨ ਉਪਰੰਤ ਉਸ ਦੀ ਰਾਣੀ ਨੇ ਇਹੋ ਜਿਹੇ ਦੂਸਰੇ ਕੰਗਣ ਦੀ ਮੰਗ ਕੀਤੀ। ਬ੍ਰਾਹਮਣ ਨੂੰ ਸੱਦ ਕੇ ਦੂਸਰਾ ਕੰਗਣ ਪੈਦਾ ਕਰਨ ਲਈ ਕਿਹਾ। ਅਖੀਰ ਉਸ ਨੂੰ ਸੱਚ ਦੱਸਣਾ ਪਿਆ। ਰਾਜਾ ਅਸਲੀਅਤ ਜਾਣਨ ਵਾਸਤੇ ਪੰਡਤ ਸਮੇਤ ਰਵਿਦਾਸ ਜੀ ਪਾਸ ਪੁੱਜਾ। ਰਵਿਦਾਸ ਜੀ ਨੇ ਉਹ ਸ਼ਿਲਾ ਜਿਸ ਉੱਤੇ ਜੋੜੇ ਗੰਢਦੇ ਸਨ ਚੁੱਕ ਕੇ ਹੇਠਾਂ ਗੰਗਾ ਵਿੱਚ ਵਗਦੀ ਵਿਖਾਈ ਅਤੇ ਇਹੋ ਜਿਹੇ ਅਨੇਕਾਂ ਕੰਗਣ ਗੰਗਾ ਦੀਆਂ ਲਹਿਰਾਂ ਵਿੱਚ ਤੈਰਦੇ ਵਿਖਾ ਦਿੱਤੇ। ਵਗ ਰਹੀ ਗੰਗਾ ਵਿੱਚੋਂ ਉਸ ਕੰਗਣ ਦੇ ਨਾਲ ਦਾ ਕੰਗਣ ਪੰਡਿਤ ਅਤੇ ਰਾਜੇ ਨੂੰ ਦੇ ਕੇ ਉਹਨਾਂ ਦੀ ਨਿਸ਼ਾ ਕੀਤੀ। ਰਾਜਾ ਅਤੇ ਦਰਬਾਰੀ ਭਗਤ ਜੀ ਨੂੰ ਡੰਡੌਤਾ ਕਰਦੇ ਵਾਪਸ ਗਏ। ਆਪ ਦੇ ਪੱਕੇ ਸ਼ਰਧਾਲੂ ਬਣ ਗਏ। ਭਗਤ ਰਵਿਦਾਸ ਜੀ ਦਾ ਜਸ ਗਾਉਣ ਲੱਗ ਪਏ। ਭਗਤ ਰਵਿਦਾਸ ਜੀ ਦਾ ਜਸ ਪਹਿਲਾਂ ਨਾਲੋਂ ਦੂਣਾ ਚੌਣਾ ਹੋ ਕੇ ਹਰ ਪਾਸੇ ਫੈਲ ਗਿਆ। ਆਪ ਜੀ ਦੇ ਜੀਵਨ ਨਾਲ ਸੰਬੰਧਿਤ ਅਨੇਕਾਂ ਸਾਖੀਆਂ ਭਗਤ ਮਾਲ ਗ੍ਰੰਥ ਵਿੱਚ, ਇਤਿਹਾਸ ਵਿੱਚ ਮਿਲਦੀਆਂ ਹਨ। ਖਾਲੂ ਬ੍ਰਾਹਮਣ ਨਿੱਤ ਰਾਜੇ ਦੇ ਦਰਬਾਰ ਵਿੱਚ ਜਾ ਕੇ ਭਗਤ ਜੀ ਦੀਆਂ ਸ਼ਿਕਾਇਤਾਂ ਕਰਦੇ। ਰਵਿਦਾਸ ਜੀ ਸ਼ੂਦਰ ਹੋ ਕੇ ਠਾਕਰਾਂ ਨੂੰ ਪੂਜਦਾ ਹੈ ਤੇ ਲੋਕਾਂ ਨੂੰ ਵਰਨ ਆਸ਼ਰਮ ਤੋਂ ਦੂਰ ਕਰ ਰਿਹਾ ਹੈ। ਰਾਜੇ ਨੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੋਵਾਂ ਨੂੰ ਆਪੋ ਆਪਣੇ ਠਾਕਰ ਲਿਆਉਣ ਲਈ ਕਿਹਾ ਤੇ ਮੂਰਤੀਆਂ ਨਦੀ ਤੋਂ ਪਾਰ ਖਵਾ ਦਿੱਤੀਆਂ ਤੇ ਪੰਡਤਾਂ ਨੂੰ ਕਿਹਾ ਕਿ ਤੁਸੀਂ ਵਾਰੋ ਵਾਰੀ ਆਪਣੇ ਠਾਕਰਾਂ ਨੂੰ ਆਵਾਜ਼ ਦਿਓ। ਜਿਸ ਦੇ ਠਾਕਰ ਸੱਚੇ ਹੋਣਗੇ, ਜਿਸ ਦਾ ਪਿਆਰ ਠਾਕਰਾਂ ਨਾਲ ਜ਼ਿਆਦਾ ਹੋਵੇਗਾ, ਉਸ ਦੇ ਠਾਕਰ ਆਪੇ ਉਸ ਦੇ ਪਾਸ ਆ ਜਾਣਗੇ। ਬ੍ਰਾਹਮਣਾਂ ਨੇ ਬਥੇਰੇ ਮੰਤਰ ਪੜ੍ਹੇ, ਆਵਾਜ਼ਾਂ ਲਗਾਈਆਂ, ਪਰ ਕੁਝ ਵੀ ਨਾ ਬਣਿਆ। ਜਦੋਂ ਭਗਤ ਰਵਿਦਾਸ ਜੀ ਦੀ ਵਾਰੀ ਆਈ, ਆਪ ਜੀ ਨੇ ਪਿਆਰ ਵਿੱਚ ਭਿੱਜ ਕੇ ਪ੍ਰਭੂ ਜੀ ਦੇ ਚਰਨਾਂ ਵਿੱਚ ਪੱਤ ਰੱਖਣ ਲਈ ਬੇਨਤੀਆਂ ਕੀਤੀਆਂ। ਆਪ ਜੀ ਦੀ ਪਿਆਰ ਭਿੱਜੀ ਬੇਨਤੀ ਸਦਕਾ ਪੱਥਰ ਦੇ ਠਾਕਰ ਵੀ ਨਦੀ ਪਾਰ ਕਰਕੇ ਆਪ ਦੀ ਗੋਦ ਵਿੱਚ ਆ ਬਰਾਜੇ।
ਸਭ ਪਾਸੇ ਆਪ ਜੀ ਦੀ ਜੈ ਜੈਕਾਰ ਹੋ ਗਈ। ਅਖੀਰ ਬ੍ਰਾਹਮਣਾਂ ਨੂੰ ਵੀ ਆਪ ਜੀ ਦੇ ਪੈਰੀ ਪੈਣਾ ਪਿਆ। ਆਪ ਜੀ ਪ੍ਰਭੂ ਨਾਮ ਦੀ ਬਰਕਤ ਦਰਸਾਉਂਦੇ ਫਰਮਾਨ ਕਰਦੇ ਹਨ, ਮੇਰੀ ਜਾਤ ਕੁੱਟ ਬਾਂਡਲਾ ਢੋੜ ਢਵੰਤਾ ਨਿੱਤ ਬਨਾਰਸੀ ਆਸ ਪਾਸਾ ਅਬ ਬ੍ਰਿਪ ਪ੍ਰਧਾਨ ਤਿਹ ਕਰੈ ਡੰਡੌਤ ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਅਜਿਹੀਆਂ ਬੇਨਤੀਆਂ ਸਾਖੀਆਂ ਵਿੱਚ ਆਪ ਜੀ ਦੇ ਜੀਵਨ ਦੀਆਂ ਹੋਰ ਵੀ ਮਿਲਦੀਆਂ ਹਨ। ਅਖੌਤੀ ਜਾਦਵਮਾਨੀਆਂ ਨੇ ਆਪ ਜੀ ਨੂੰ ਨੀਚਾ ਦਿਖਾਉਣ ਦਾ ਯਤਨ ਕੀਤਾ। ਪ੍ਰਭੂ ਜੀ ਨੇ ਆਪ ਅਚਰਜ ਕੌਤਕ ਵਰਤਾ ਕੇ ਭਗਤ ਜੀ ਦੀ ਪੈਜ ਪਹਿਲਾਂ ਨਾਲੋਂ ਵੀ ਜ਼ਿਆਦਾ ਉੱਚੀ ਕੀਤੀ। ਹਰ ਸਮੇਂ ਪ੍ਰਭੂ ਜੀ ਦੇ ਮਾਣ ਸਤਿਕਾਰ ਉੱਚਾ ਰੱਖਣ ਵਾਲੇ ਪਰਮੇਸ਼ਰ ਜੀ ਦੇ ਧੰਨਵਾਦ ਉਚਾਰਨ ਕਰਕੇ ਆਪਣੇ ਪ੍ਰਭੂ ਦਾ ਬਿਰਧ ਬਾਲਕ ਹੋਣ ਤੱਕ ਹੋਕਾ ਦਿੱਤਾ। ਆਪ ਜੀ ਦੇ ਮਾਰੂ ਰਾਗ ਵਿੱਚ ਫਰਮਾਨ ਕੀਤਾ ਹੈ, ਰਾਗ ਮਾਰੂ ਰਵਿਦਾਸ ਜੀ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ ਰਹਾਓ ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਢਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਧਰੈ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰੈ। ਪੰਨਾ 1106 ਦੇ ਵਿੱਚ ਅੰਕਿਤ ਹੈ। ਆਪ ਜੀ ਨੇ ਵਿਰਾਗ, ਨਿਮਰਤਾ, ਪ੍ਰੇਮਾ ਭਗਤੀ, ਪ੍ਰਭੂ ਬਿਰਧ, ਪ੍ਰਭੂ ਦੇਸ਼ ਤੇ ਵਿਸ਼ਿਆਂ ਦੇ ਬੜੇ ਪਿਆਰ ਤੇ ਭਾਵਨਾ ਨਾਲ ਬਾਣੀ ਦੇ 40 ਸ਼ਬਦ ਰਚੇ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਗਿਆਸੂਆਂ ਦੀ ਅਗਵਾਈ ਨਾਲ ਸਾਂਭ ਛੱਡੇ ਹਨ। ਆਪ ਜੀ ਦੀ ਉਚਾਰਨ ਕੀਤੀ ਬਾਣੀ ਭੁੱਲੇ ਭਟਕੇ ਤੇ ਡਿਕੋ ਡੋਲੇ ਖਾਂਦੇ ਮਨਾਂ ਨੂੰ ਧੀਰਜ ਅਤੇ ਧਰਵਾਸ ਬਖਸ਼ਦੀ ਹੈ। ਪ੍ਰਭੂ ਮਾਲਕ ਦੇ ਪੂਰਨ ਭਰੋਸਾ ਰੱਖਣ ਸਦਕਾ ਮਾਲਕ ਆਪ ਸੇਵਕਾਂ ਦੀ ਪੈਜ ਰੱਖਦਾ ਹੈ। ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਦੀ ਕਲਾ ਵਰਤਾਉਂਦਾ ਹੈ। ਆਪ ਜੀ ਨੇ ਭਗਤ ਗੁਰੂ ਰਵਿਦਾਸ ਜੀ ਨੇ ਭਗਤੀ ਦੇ ਪੂਰਨੇ ਪਾਉਂਦੇ ਅਖੌਤੀ ਜਾਤ ਪਾਤ ਦੇ ਵਿਰੁੱਧ ਆਵਾਜ਼ ਬੁਲੰਦ ਕਰਕੇ ਲੋਕਾਈ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਦੇ ਉਪਦੇਸ਼ ਦਿੱਤੇ। 1528 ਈਸਵੀ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤ ਸੰਗ ਜੋਤ ਸਮਾਨਾ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਪੰਜ ਭੂਤਕ ਸਰੀਰ ਦਾ ਤਿਆਗ ਕਰ ਦਿੱਤਾ। ਆਪ ਜੀ ਦੇ ਸੱਚੇ ਸੁੱਚੇ ਉਪਦੇਸ਼ ਲੋਕਾਈ ਨੂੰ ਸੱਚ ਦੇ ਪਹਿਰਾ ਦੇਣ ਦੇ ਅਤੇ ਭਵਜਲ ਤੋਂ ਪਾਰ ਹੋਣ ਲਈ ਚਾਨਣ ਮਨਾਰੇ ਦਾ ਕੰਮ ਕਰ ਰਹੇ ਹਨ। ਜੋ ਭਗਤ ਰਵਿਦਾਸ ਜੀ ਨੇ ਲਿਖਿਆ, ਸਾਰੇ ਜਗਤ ਨੂੰ ਉਹਨਾਂ ਨੇ ਇੱਕ ਚੰਗਾ ਰਸਤਾ ਦਿਖਾਇਆ ਤੇ ਛੂਤ ਅਛੂਤ ਦਾ ਜੋ ਭੇਦਭਾਵ ਸੀਗਾ ਉਸ ਨੂੰ ਮਿਟਾਉਣ ਦੀ ਬਹੁਤ ਜ਼ਿਆਦਾ ਉਹਨਾਂ ਨੇ ਜ਼ੋਰ ਦਿੱਤਾ ਕਿ ਰੱਬ ਇੱਕ ਹੈ। ਜੇ ਕੋਈ ਗਲਤੀ ਹੋ ਗਈ ਇਹਦੇ ਵਿੱਚ ਕਹਾਣੀ ਬੋਲਣ ਦੇ ਵਿੱਚ ਜਾਂ ਕੋਈ ਸ਼ਬਦ ਬੋਲਣ ਦੇ ਵਿੱਚ ਤੇ ਮਾਫੀ ਦਾ ਜਾਚਕ ਹਾਂ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤੇ ਆਪਣੀ ਹਾਜ਼ਰੀ ਲਵਾਉਣੀ ਹੈ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਭਗਤ ਗੁਰੂ ਰਵਿਦਾਸ ਜੀ ਜ਼ਰੂਰ ਲਿਖਣਾ।